ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਦਰਲੈਂਡ ਵਿੱਚ ਰਹਿਣ ਵਾਲੇ ਗੁਰਸਿੱਖ ਪਰਮਜੀਤ ਸਿੰਘ ਨੇ ਇੱਕ ਗੋਰੇ ਸਿੱਖ ਦੀ ਅਜਿਹੀ ਘਟਨਾ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਵੋਗੇ। ਇੱਕ ਗੋਰੇ ਸਿੱਖ ਦੀ ਘਟਨਾ ਜਿਸ ਵਿੱਚ ਉਹ ਆਪਣੀ ਸਿੱਖੀ ਛੱਡਣ ਹੀ ਲੱਗਾ ਸੀ ਤੇ ਅਕਾਲ ਪੁਰਖ ਨੇ ਕਿਸ ਤਰ੍ਹਾਂ ਉਸ ਨੂੰ ਸਹੀ ਰਾਹ ਪਾਇਆ। ਭਾਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇੱਕ ਫਾਰਮ ਹੈ ਜਿੱਥੇ ਉਹ ਖੇਤੀ ਕਰਕੇ ਫਲ ਉਗਾਉਂਦੇ ਹਨ। ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਹੈ ਤੇ ਪਿਛਲੇ 15 ਸਾਲਾਂ ਤੋਂ ਉਹ ਨੀਦਰਲੈਂਡ ਦੇ ਬਾਹਰੀ ਇਲਾਕੇ ਵਿੱਚ ਰਹਿੰਦੇ ਹਨ। ਫਾਰਮ ਤੋਂ ਕੁਝ ਹੀ ਦੂਰ ਤੇ ਇੱਕ ਜੰਗਲ ਹੈ, ਪਰ ਉੱਥੇ ਆਸ-ਪਾਸ ਕਾਫੀ ਆਬਾਦੀ ਹੈ। ਮੇਰੇ ਦੇਖਦਿਆਂ ਇੱਕ ਗੋਰਾ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਅਸਲ ਵਿੱਚ ਉਹ ਇੱਕ ਫੋਟੋਗ੍ਰਾਫਰ ਸੀ ਤੇ ਇੱਕ ਬਹੁਤ ਹੀ ਵੱਡੇ ਫੋਟੋਗ੍ਰਾਫਰ ਦਾ ਅਸਿਸਟੈਂਟ ਸੀ। ਮੇਰੀ ਉਸ ਨਾਲ ਜਾਣ ਪਛਾਣ ਹੋਈ ਤੇ ਮੈਂ ਉਸ ਨੂੰ ਉਸਦੇ ਅੰਮ੍ਰਿਤਧਾਰੀ ਹੋਣ ਦਾ ਕਾਰਨ ਪੁੱਛਿਆ। ਉਸਨੇ ਆਪਣੇ ਅੰਮ੍ਰਿਤਧਾਰੀ ਹੋਣ ਦਾ ਕਾਰਨ ਤਾਂ ਦੱਸਿਆ ਤੇ ਨਾਲ ਹੀ ਇੱਕ ਅਜਿਹੀ ਗੱਲ ਦੱਸ ਗਿਆ ਜਿਸ ਨੂੰ ਸੁਣ ਕੇ ਮੈਂ ਦੰਗ ਰਹਿ ਗਿਆ। ਉਸ ਗੋਰੇ ਸਿੱਖ ਨੇ ਦੱਸਿਆ ਕਿ ਮੈਂ ਇੱਕ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗਿਆ ਤਾਂ ਮੈਂ ਉੱਥੇ ਫੋਟੋ ਲੈਣ ਲਈ ਸੀ, ਪਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਤੇ ਮੈਂ ਉੱਥੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਮੇਰੇ ਦਿਲ ਵਿੱਚ ਪਹਿਲੀ ਵਾਰ ਹੀ ਸਤਿਕਾਰ ਉਮੜ ਪਿਆ ਸੀ। ਮੈਂ ਹੌਲੀ-ਹੌਲੀ ਸਾਰਾ ਕੁਝ ਸਿੱਖਿਆ ਤੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਸਮਾਂ ਲੰਘਿਆ ਤੇ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਮੇਰੇ ਪਰਿਵਾਰ ਵਾਲਿਆਂ ਨੂੰ ਮੇਰੇ ਅੰਮ੍ਰਿਤ ਛਕਣ ਤੋਂ ਪ੍ਰੋਬਲਮ ਸੀ। ਪਤਾ ਨਹੀਂ ਕਿਉਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਸਾਰਾ ਦਿਨ ਪਾਠ ਹੀ ਕਰਦਾ ਰਹਿੰਦਾ ਹਾਂ ਤਾਂ ਕੋਈ ਕੰਮ-ਕਾਰ ਨਹੀਂ ਕਰਦਾ, ਜਿਸ ਕਾਰਨ ਪੈਸੇ ਵੀ ਘੱਟ ਕਮਾਉਂਦਾ ਹਾਂ। ਕੁਝ ਦਿਨਾਂ ਬਾਅਦ ਮੇਰੇ ਪਿਤਾ ਜੀ ਬਿਮਾਰ ਹੋ ਗਏ। ਆਖਰ ਤੱਕ ਉਹ ਇਹੀ ਕਹਿੰਦੇ ਰਹੇ ਕਿ ਤੂੰ ਅੰਮ੍ਰਿਤ ਛਕ ਕੇ ਠੀਕ ਨਹੀਂ ਕੀਤਾ, ਪਾਠ ਨੇ ਤੈਨੂੰ ਕੁਝ ਨਹੀਂ ਦੇਣਾ, ਪੈਸਾ ਜ਼ਰੂਰੀ ਹੈ। ਉਹ ਅਜਿਹੀਆਂ ਗੱਲਾਂ ਕਰਦੇ ਰਹੇ। ਸ਼ਾਇਦ ਮੇਰੇ ਉੱਤੇ ਉਹਨਾਂ ਦੀਆਂ ਗੱਲਾਂ ਦਾ ਅਸਰ ਹੋ ਗਿਆ। ਇਸ ਤੋਂ ਬਾਅਦ ਮੈਨੂੰ ਹੀ ਲੱਗਣ ਲੱਗ ਪਿਆ ਕਿ ਮੈਂ ਅੰਮ੍ਰਿਤ ਛਕ ਕੇ ਠੀਕ ਨਹੀਂ ਕੀਤਾ, ਕਿਉਂਕਿ ਮੇਰੇ ਪਰਿਵਾਰ ਨੇ ਮੇਰੇ ਉੱਤੇ ਬਹੁਤ ਪ੍ਰੈਸ਼ਰ ਪਾਇਆ ਹੋਇਆ ਸੀ। ਅੰਤ ਮੈਂ ਸਿੱਖੀ ਛੱਡਣ ਦਾ ਫੈਸਲਾ ਕਰ ਲਿਆ। ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਜੇ ਤੂੰ ਸਿੱਖੀ ਛੱਡਣੀ ਹੈ ਤਾਂ ਕਿਉਂ ਨਾ ਇੱਕ ਵਾਰ ਸ਼੍ਰੀ ਦਰਬਾਰ ਸਾਹਿਬ ਜਾ ਕੇ ਮਾफ़ੀ ਮੰਗ ਲਵੀਂ। ਮੈਂ ਉਸ ਦੀ ਗੱਲ ਮੰਨ ਕੇ ਸ਼੍ਰੀ ਦਰਬਾਰ ਸਾਹਿਬ ਚਲਾ ਗਿਆ। ਉਸ ਦਿਨ ਮੈਂ ਬਹੁਤ ਉਦਾਸ ਤੇ ਪਰੇਸ਼ਾਨ ਸੀ। ਸਿੱਖੀ ਛੱਡਣ ਨੂੰ ਮਨ ਨਹੀਂ ਸੀ ਮੰਨ ਰਿਹਾ। ਮਨ ਵਿੱਚ ਇਹ ਵੀ ਵਿਚਾਰ ਆ ਰਹੀ ਸੀ ਕਿ ਸ਼ਾਇਦ ਕੋਈ ਜਵਾਬ ਹੀ ਮਿਲ ਜਾਵੇ। ਮੈਂ ਬਾਹਰ ਹੀ ਬੈਠਾ ਰਿਹਾ, ਅੰਦਰ ਨਹੀਂ ਗਿਆ। ਮੈਂ ਕੀ ਮੂੰਹ ਲੈ ਕੇ ਗੁਰੂ ਸਾਹਿਬ ਅੱਗੇ ਜਾਂਦਾ। ਰਾਤ ਦਾ ਸਮਾਂ ਸੀ। ਮੈਂ ਪਰਿਕਰਮਾ ਵਿੱਚ ਹੀ ਪੈ ਗਿਆ ਤਾਂ ਕਿ ਅੰਮ੍ਰਿਤ ਵੇਲੇ ਸੇਵਾਦਾਰ ਮੈਨੂੰ ਉਠਾ ਦੇਣ। ਹਲੇ ਅੱਖ ਲੱਗੀ ਹੀ ਸੀ ਕਿ ਇੱਕ ਸਿੰਘ ਨੇ ਮੈਨੂੰ ਉਠਾ ਦਿੱਤਾ। ਮੈਂ ਇੱਕਦਮ ਹੀ ਉੱਠਿਆ ਤੇ ਸਿੰਘ ਨੂੰ ਵੇਖਿਆ। ਸਿੰਘ ਕਾਫੀ ਲੰਬਾ ਚੌੜਾ ਸੀ। ਮੈਂ ਕਿਹਾ ਕਿ ਚਲੋ ਮੈਂ ਪਰਿਕਰਮਾ ਦੀ ਸੇਵਾ ਕਰਾ ਦੇਵਾਂ। ਉਸ ਸਿੰਘ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ, ਗੁਰੂ ਸਾਹਿਬ ਨੇ ਬੁਲਾਇਆ ਹੈ। ਮੈਂ ਪੁੱਛਿਆ ਕਿ ਕੌਣ ਗੁਰੂ ਸਾਹਿਬ, ਤੇ ਉਸਨੇ ਜਵਾਬ ਦਿੱਤਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਉਹ ਸਿੰਘ ਇੰਗਲਿਸ਼ ਬੋਲ ਰਿਹਾ ਸੀ। ਮੈਂ ਉਸ ਦੇ ਨਾਲ ਚੱਲ ਪਿਆ। ਦੇਖਦਿਆਂ ਮੇਰੇ ਨਾਲ ਕੁਝ ਹੋਰ ਸਿੰਘ ਵੀ ਆ ਗਏ। ਮੈਂ ਹਲੇ ਚੱਲਿਆ ਹੀ ਸੀ ਕਿ ਮੈਂ ਘਬਰਾ ਗਿਆ ਜਦੋਂ ਮੇਰੇ ਨਾਲ ਇੱਕ ਸ਼ੇਰ ਵੀ ਤੁਰਨ ਲੱਗਾ। ਮੇਰੀ ਸਮਝ ਤੋਂ ਸਭ ਕੁਝ ਬਾਹਰ ਸੀ। ਜਦੋਂ ਮੈਂ ਅੱਗੇ ਗਿਆ ਤਾਂ ਇੱਕ ਇਲਾਹੀ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਤੇ ਆਵਾਜ਼ ਆਈ, ਤੂੰ ਅੰਦਰ ਕਿਉਂ ਨਹੀਂ ਆਇਆ? ਤੇ ਮੈਂ ਕਿਹਾ ਕਿ ਗੁਰੂ ਸਾਹਿਬ ਜੀ, ਮੈਂ ਕੀ ਮੂੰਹ ਲੈ ਕੇ ਅੰਦਰ ਆਉਂਦਾ, ਅੱਜ ਮੈਂ ਸਿੱਖੀ ਛੱਡਣ ਲੱਗਾ ਹਾਂ। ਆਵਾਜ਼ ਆਈ ਤੋਂ ਵਾਹਿਗੁਰੂ ਦਾ ਜਾਪ ਕਰਿਆ ਕਰ, ਕੀਰਤ ਕਰਿਆ ਕਰ ਤੇ ਵੰਡ ਕੇ ਛਕਿਆ ਕਰ। ਗੁਰੂ ਨਾਨਕ ਸਾਹਿਬ ਜੀ ਆਪ ਹੀ ਨਜ਼ਰ ਕਰਨਗੇ। ਅਸੀਂ ਬਾਹਰ ਆ ਗਏ ਤੇ ਮੈਂ ਸਿੰਘ ਨੂੰ ਪੁੱਛਿਆ ਕਿ ਇਸ ਸ਼ੇਰ ਦਾ ਕੀ ਮਤਲਬ ਹੈ, ਤੇ ਸਿੰਘ ਨੇ ਉੱਤਰ ਦਿੱਤਾ ਕਿ ਇਸ ਦਾ ਤੇਰੇ ਪਿਛਲੇ ਜਨਮ ਨਾਲ ਸੰਬੰਧ ਹੈ। ਤੂੰ ਪਿਛਲੇ ਜਨਮ ਵਿੱਚ ਇੱਕ ਸਿੰਘ ਸੀ ਤੇ ਤੂੰ ਇਸ ਸ਼ੇਰ ਨੂੰ ਮਾਰਿਆ ਸੀ, ਜਿਸ ਕਾਰਨ ਇਸ ਦੀ ਜੂਨ ਆਜ਼ਾਦ ਹੋਈ, ਤੇ ਆਉਣ ਵਾਲੇ ਸਮੇਂ ਵਿੱਚ ਇਹ ਸ਼ੇਰ ਤੇਰੀ ਬਹੁਤ ਮਦਦ ਕਰੇਗਾ। ਉਹਨਾਂ ਸਿੰਘਾਂ ਨੇ ਮੈਨੂੰ ਦੇਗ ਦਾ ਪ੍ਰਸ਼ਾਦ ਦਿੱਤਾ ਤੇ ਉਹ ਸਿੰਘ ਅਲੋਪ ਹੋ ਗਏ। ਇੰਨੀ ਗੱਲ ਸੀ ਕਿ ਮੈਨੂੰ ਕਿਸੇ ਨੇ ਜਗਾ ਦਿੱਤਾ ਤਾਂ ਸੇਵਾ ਚੱਲ ਰਹੀ ਸੀ। ਹੈਰਾਨੀ ਦੀ ਗੱਲ ਸੀ ਕਿ ਇਹ ਇੱਕ ਸੁਪਨਾ ਸੀ, ਪਰ ਜਦੋਂ ਮੈਂ ਦੇਖਿਆ ਤੇ ਮੇਰੇ ਹੱਥਾਂ ਨੂੰ ਦੇਗ ਦਾ ਘਿਓ ਲੱਗਾ ਹੋਇਆ ਸੀ। ਮੈਨੂੰ ਅੱਜ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਉਹ ਇੱਕ ਸੁਪਨਾ ਸੀ ਜਾਂ ਸੱਚ। ਇਸ ਤੋਂ ਬਾਅਦ ਮੈਂ ਵਾਪਸ ਨੀਦਰਲੈਂਡ ਆ ਗਿਆ। ਮੈਂ ਸਿੱਖੀ ਨਹੀਂ ਛੱਡੀ ਤੇ ਕੰਮ ਉੱਤੇ ਜ਼ੋਰ ਦੇਣ ਲੱਗਾ। ਮੂੰਹ ਵਿੱਚ ਵਾਹਿਗੁਰੂ ਦਾ ਜਾਪ ਕਰਨ ਲੱਗਾ। ਮਹਾਰਾਜ ਨੇ ਕਿਰਪਾ ਕੀਤੀ, ਕੰਮ ਬਹੁਤ ਵਧੀਆ ਹੋ ਗਿਆ। ਪਰਿਵਾਰ ਨੂੰ ਵੀ ਤਸੱਲੀ ਹੋ ਗਈ। ਇੱਕ ਦਿਨ ਮੈਂ ਬੌਸ ਤੇ ਕੁਝ ਫੋਟੋਗ੍ਰਾਫਰ ਦੋਸਤਾਂ ਨਾਲ ਜੰਗਲ ਵਿੱਚ ਫੋਟੋਆਂ ਲੈਣ ਲਈ ਗਿਆ। ਉਹ ਮੇਰਾ ਬਹੁਤ ਹੀ ਵੱਡਾ ਪ੍ਰੋਜੈਕਟ ਸੀ। ਫੋਟੋਆਂ ਲੈਂਦੇ ਹੋਏ ਅਸੀਂ ਬਹੁਤ ਅੰਦਰ ਆ ਗਏ। ਸਾਨੂੰ ਨਹੀਂ ਪਤਾ ਸੀ ਕਿ ਉਹ ਖਤਰਨਾਕ ਜਾਨਵਰਾਂ ਦਾ ਜੰਗਲ ਹੈ। ਬਿਨਾਂ ਸੋਚੇ ਸਮਝੇ ਅਸੀਂ ਜੰਗਲ ਵਿੱਚ ਕਾਫੀ ਅੰਦਰ ਆ ਗਏ। ਇਸ ਤੋਂ ਬਾਅਦ ਸਾਡੇ ਉੱਤੇ ਇੱਕ ਖਤਰਨਾਕ ਭਾਲੂ ਨੇ ਹਮਲਾ ਕੀਤਾ। ਭਾਲੂ ਮੇਰੇ ਵੱਲੋਂ ਵਧਣ ਲੱਗਾ। ਮੈਨੂੰ ਮੇਰੀ ਮੌਤ ਸਾਹਮਣੇ ਦਿਖ ਰਹੀ ਸੀ। ਮੇਰਾ ਕੋਈ ਵੀ ਸਾਥੀ ਮੈਨੂੰ ਬਚਾਉਣ ਲਈ ਨਹੀਂ ਆਇਆ। ਫਿਰ ਅਚਾਨਕ ਇੱਕ ਸ਼ੇਰ ਆਉਂਦਾ ਹੈ ਤੇ ਭਾਲੂ 'ਤੇ ਹਮਲਾ ਕਰਦਾ ਹੈ ਤੇ ਉਸ ਨੂੰ ਭਜਾ ਕੇ ਬਹੁਤ ਦੂਰ ਜੰਗਲ ਵਿੱਚ ਭੇਜ ਦਿੰਦਾ ਹੈ।
ਸਾਰੇ ਹੈਰਾਨ ਸੀ ਕਿ ਇਹ ਸ਼ੇਰ ਕਿੱਥੋਂ ਆਇਆ, ਪਰ ਮੈਨੂੰ ਸਾਰਾ ਕੁਝ ਸਮਝ ਲੱਗ ਗਿਆ ਕਿ ਇਹ ਸ਼ੇਰ ਕੌਣ ਸੀ ਅਤੇ ਕਿਉਂ ਆਇਆ ਸੀ। ਮੈਂ ਸਾਰੀ ਗੱਲ ਪਰਿਵਾਰ ਨੂੰ ਦੱਸੀ ਅਤੇ ਪਰਿਵਾਰ ਵੀ ਬਹੁਤ ਹੈਰਾਨ ਹੋਇਆ ਅਤੇ ਉਹਨਾਂ ਨੇ ਕਿਹਾ ਕਿ ਜੇ ਤੂੰ ਅੱਜ ਸਿੱਖ ਨਹੀਂ ਹੁੰਦਾ ਤਾਂ ਤੂੰ ਸਾਡੇ ਵਿੱਚ ਨਹੀਂ ਹੋਣਾ ਸੀ ਅਤੇ ਹੁਣ ਸਭ ਕੁਝ ਠੀਕ ਚੱਲ ਰਿਹਾ ਹੈ। ਮੈਂ ਇਹੀ ਸਮਝਦਾ ਹਾਂ ਕਿ ਇਹ ਪਰਮਾਤਮਾ ਦਾ ਇੱਕ ਇਸ਼ਾਰਾ ਸੀ ਜੋ ਮੈਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।